ਪੰਜਾਬ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੇ ਐਫੀਡੈਵਿਟ ਇੰਟਰੋਡਿਊਸ ਕੀਤਾ ਗਾ ਕਿ ਜਦੋਂ ਕਿਸੇ ਨੇ ਐਡਮਿਸ਼ਨ ਲੈਣੀ ਆ ਐਡਮਿਸ਼ਨ ਦੇ ਨਾਲ ਨੋਟਰੀ ਤੋਂ ਟੈਸਟ ਕਰਾ ਕੇ ਐਫੀਡੈਵਿਟ ਦੇਣਾ ਗਾ ਤੇ ਜਿਹਦੇ ਵਿੱਚ ਇਹ ਸ਼ਰਤਾਂ ਲਿਖੀਆਂ ਨੇ ਕਿ ਵੀ ਧਰਨਾ ਗਾ ਬਿਨਾਂ ਪਰਮਿਸ਼ਨ ਤੋਂ ਨਹੀਂ ਲਾ ਸਕਦੇ ਤੇ ਧਰਨਾ ਲਾਉਣਾ ਵੀ ਆ ਤਾਂ ਕਿੰਨਾਂ ਨੇ ਜਗ੍ਹਾ ਬਣਾਈ ਹੋਈ ਆ 2 ਨੰਬਰ ਗੇਟ ਕੋਲੇ ਪੁਲਿਸ ਚੌਂਕੀ ਦੇ ਕੋਲੇ ਵੀ ਉੱਥੇ ਤੁਸੀਂ ਧਰਨਾ ਲਾ ਸਕਦੇ ਹੋ। ਇਹ ਤਾਂ ਜੇ ਨਾਅਰੇਬਾਜ਼ੀ ਵੀ ਕਰਨੀ ਹੈ ਧਰਨੇ ਦੇ ਵਿੱਚ ਤੁਸੀਂ ਇੱਕ ਜਿਹੜਾ ਡੈਸੀਬਲ ਦੱਸਤਾ ਵੀ ਸਾਊਂਡ ਵੀ ਇਸ ਤੋਂ ਉੱਪਰ ਤੁਸੀਂ ਨਾਅਰੇ ਨਹੀਂ ਕਰ ਸਕਦੇ ਹੈ ਨਾ ਵੀ ਹੋਰ 2-3 ਪੁਆਇੰਟ ਨੇ ਵੀ ਇਹਨਾਂ ਦੀ ਇਹ ਪਾਲਣਾ ਤੁਸੀਂ ਨਹੀਂ ਕਰੋਗੇ ਤੁਹਾਡੀ ਜਿਹੜੀ ਐਡਮਿਸ਼ਨ ਆ ਵੀ ਉਹ ਕੈਂਸਲ ਕਰ ਦਿੱਤੀ ਜਾਊਗੀ। ਕੱਲਾ ਜਿਹੜੇ ਨਵੇਂ ਵਿਦਿਆਰਥੀ ਆ ਰਹੇ ਉਹਨਾਂ ਨੂੰ ਲੈ ਕੇ ਪਾਲਿਸੀ ਘੜੀ ਜਾ ਰਹੀ ਹਾਂਜੀ ਇਹਨਾਂ ਨੇ ਵਿੱਚ ਦੀ ਤਾਂ ਕਈ ਡਿਪਾਰਟਮੈਂਟਾਂ ਦੇ ਵਿੱਚ ਜਿਹੜੇ 2nd-3rd ਈਅਰ ਵਾਲੇ ਸਟੂਡੈਂਟ ਆ ਉਹਨਾਂ ਤੋਂ ਵੀ ਇਹਨਾਂ ਨੇ ਐਫੀਡੈਵਿਟ ਜਿਹੜੇ ਭਰਵਾਏ ਆ ਤੇ ਬਟ ਜਿਹੜਾ ਇਹਨਾਂ ਨੇ ਇੰਟਰੋਡਿਊਸ ਕੀਤਾ ਸਿਰਫ ਨਿਊ ਵਾਲਿਆਂ ਲਈ ਕੀਤਾ ਬਟ ਆਪਦੀ ਮਰਜ਼ੀ ਨਾਲ ਇਹ ਕਿਤੇ ਲਿਖਤੀ ਹੈ ਨਹੀਂਗਾ ਆਪਦੀ ਮਰਜ਼ੀ ਨਾਲ ਹੀ ਜਿਹੜੇ ਆਨਗੋਇੰਗ ਬੈਚ ਵਾਲੇ ਆ ਉਹਨਾਂ ਤੋਂ ਵੀ ਇਹ ਜਿਹੜੇ ਐਫੀਡੈਵਿਟ ਭਰਵਾ ਰਹੇ ਆ ਕਈ ਡਿਪਾਰਟਮੈਂਟਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ। ਇਹਨਾਂ ਦੀ ਤਾਰਾਂ ਸਿੱਧੀਆਂ ਨਾਗਪੁਰ ਤੋਂ ਜੁੜੀਆਂ ਹੋਈਆਂ ਨੇ ਤੇ ਉਹੀ ਆ ਪਾਲਿਸੀ ਜਿਹੜੇ ਇਹਨਾਂ ਦੇ ਬੌਸਸ ਚਾਹੁੰਦੇ ਨੇ ਉਹੀ ਇੱਥੇ ਅਪਲਾਈ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜਿਵੇਂ ਨਾ ਜਿਵੇਂ ਸਟੂਡੈਂਟਸ ਦਾ ਐਕਟਿਵਿਜ਼ਮ ਖਤਮ ਕਰਕੇ ਕੱਲ ਨੂੰ ਫਿਰ ਉਹਨਾਂ ਨੂੰ ਆ ਕਿਹਾ ਜਾਵੇ ਕਿ ਤੁਸੀਂ ਸਾਹ ਵੀ ਨਾ ਲਓ ਰੋਟੀ ਵੀ ਨਾ ਖਾਓ ਹਰ ਚੀਜ਼ ਤੇ ਅਪਲਾਈ ਹੋਏਗਾ। ਬੀਇੰਗ ਅ ਸਟੂਡੈਂਟ ਤਾਂ ਮੈਨੂੰ ਬਹੁਤ ਇਸ ਚੀਜ਼ ਤੇ ਸ਼ਰਮ ਵੀ ਆਉਂਦੀ ਹੈ ਕਿ ਇੱਥੇ ਹਰ ਚੀਜ਼ ਲਈ ਪ੍ਰੋਟੈਸਟ ਹੀ ਕਰਨਾ ਪੈਂਦਾ ਹੈ। ਸਾਡੇ ਹੋਸਟਲਾਂ ਦਾ ਮੁੱਦਾ ਹੋਵੇ ਫੀਸ ਦਾ ਮੁੱਦਾ ਹੋਵੇ ਜਾਂ ਕਿਸੇ ਵੀ ਚੀਜ਼ ਦਾ ਮੁੱਦਾ ਸਾਫ਼ ਸਫਾਈ ਦਾ ਮੁੱਦਾ ਹੋਵੇ ਵਾਸ਼ਰੂਮਸ ਦਾ ਮੁੱਦਾ ਹੋਵੇ ਇਨਫਰਾਸਟ੍ਰਕਚਰ ਦਾ ਮੁੱਦਾ ਹੋਵੇ ਬਿਨਾਂ ਇੱਥੇ ਪ੍ਰੋਟੈਸਟ ਕੀਤੇ ਇੱਕ ਚੀਜ਼ ਵੀ ਨਹੀਂ ਹੁੰਦੀ। ਜਦੋਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਆ ਅਸੀਂ ਸਿਰਫ ਅਸੀਂ ਜਿਹੜਾ ਕਿਤਾਬੀ ਗਿਆਨ ਆ ਉਹ ਨਹੀਂ ਲੈਂਦੇ ਅਸੀਂ ਇੱਥੋਂ ਵਿਚਰਦੇ ਹੋਏ ਜਿਹੜੇ ਆਪਦੇ ਹੱਕਾਂ ਪ੍ਰਤੀ ਉਹ ਸੁਚੇਤ ਹੁੰਦੇ ਆ। ਸੋ ਇਹਨਾਂ ਦੀ ਇਹੀ ਸੋਚ ਆ ਕਿ ਵੀ ਇਹ ਜਿਹੜੇ ਵਿਦਿਆਰਥੀ ਆਪਦੇ ਹੱਕਾਂ ਪ੍ਰਤੀ ਸੁਚੇਤ ਨਾ ਹੋਣ ਇਹ ਕਿਤਾਬੀ ਕੀੜਾ ਬਣ ਕੇ ਜਿਹੜਾ ਸਿਲੇਬਸ ਇਹ ਸਾਨੂੰ ਪ੍ਰੋਵਾਈਡ ਕਰ ਰਿਹਾ ਉਹ ਸਿਲੇਬਸ ਦੇ ਅੰਦਰ ਹੈ ਕਿ ਇੱਥੋਂ ਨਿਕਲ ਕੇ ਇਹਨਾਂ ਦੇ ਜਿਹੜੀਆਂ ਕਲੈਰੀਕਲ ਜੌਬਾਂ ਨੇ ਕਲਰਕ ਲੱਗ ਕੇ ਤੇ ਆਪਦੀ ਨੌਕਰੀ ਕਰ ਲੈਣ ਆਪਦੇ ਹੱਕਾਂ ਦੀ ਗੱਲ ਨਾ ਕਰਨ। ਇਸ ਯੂਨੀਵਰਸਿਟੀ ਨੇ ਹੀ ਸਾਨੂੰ ਇਹ ਸਿਖਾਇਆ ਅਗਰ ਅਸੀਂ ਪੋਲੀਟੀਕਲ ਸਾਇੰਸ ਪੜ੍ਹ ਰਹੇ ਹਾਂ ਤੇ ਅਸੀਂ ਆਪਣੀ ਜੋ ਪੜ੍ਹਿਆ ਆ ਉਹ ਵਿਚਾਰਾਂਗੇ ਅਸੀਂ ਜੋ ਕਰ ਰਹੇ ਹਾਂ ਅਸੀਂ ਆਪਣਾ ਪੜ੍ਹਿਆ ਹੀ ਵਿਚਾਰ ਰਹੇ ਹਾਂ। ਅਗਰ ਅਸੀਂ ਸੰਵਿਧਾਨ ਦਾ ਪੜ੍ਹਦੇ ਹਾਂ ਡੈਮੋਕ੍ਰੇਸੀ ਦਾ ਪੜ੍ਹਦੇ ਹਾਂ ਆਪਣੇ ਰਾਈਟਸ ਦਾ ਪੜ੍ਹਦੇ ਹਾਂ ਤੇ ਅਸੀਂ ਉਹੀ ਚੀਜ਼ਾਂ ਇਹਨਾਂ ਤੋਂ ਜਦ ਡਿਮਾਂਡ ਕਰਨ ਲਈ ਆ ਰਹੇ ਹਾਂ ਤੇ ਅਥਾਰਟੀ ਸਾਨੂੰ ਕਹਿ ਰਹੀ ਹੈ ਕਿ ਤੁਸੀਂ ਕੁਝ ਇੱਦਾਂ ਦੀਆਂ ਚੀਜ਼ਾਂ ਕਰ ਰਹੇ ਹੋ ਕਿ ਤੁਹਾਡਾ ਫਿਊਚਰ ਖਰਾਬ ਹੋ ਜਾਏਗਾ। ਕਿ ਇਸ ਵਾਰ ਦਾ ਜਿਹੜਾ ਫਰੈਸ਼ਰ ਆ ਉਹ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ਡ ਤੇ ਇੰਨਾ ਜ਼ਿਆਦਾ ਡਰ ਦੇ ਵਿੱਚ ਆ ਕਿ ਉਹਨਾਂ ਨੂੰ ਮਤਲਬ ਹਰ ਇੱਕ ਤਰੀਕੇ ਨਾਲ ਤੁਸੀਂ ਕਹਿ ਲਓ ਕਿ ਮੈਂਟਲ ਹਰਾਸਮੈਂਟ ਕਰਕੇ ਇਸ ਐਫੀਡੈਵਿਟ ਨੂੰ ਲਿਆ ਜਾ ਰਿਹਾ ਹੈ। ਅਸੀਂ ਵੀ ਬਹੁਤ ਜ਼ਿਆਦਾ ਨਿਰਾਸ਼ ਹੋ ਚੁੱਕੇ ਹਾਂ ਕਿ ਸਾਡਾ ਫਿਊਚਰ ਹੀ ਦਾਅ 'ਤੇ ਇਸ ਕਰਕੇ ਲਗਾਇਆ ਜਾ ਰਿਹਾ ਕਿਉਂਕਿ ਤੁਸੀਂ ਆਪਣੇ ਹੱਕ ਮੰਗ ਰਹੇ ਹੋ ਬਟ ਅਸੀਂ ਆਪਣੇ ਹੱਕ ਲਈ ਐਂਡ ਤੱਕ ਲੜਾਂਗੇ ਕਿ ਇਸ ਐਫੀਡੈਵਿਟ ਨੂੰ ਵਿਦਡਰਾਅ ਕਰਵਾਉਣ ਲਈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਐਫੀਡੇਵਿਟ ਨੂੰ ਲੈ ਕੇ ਜਿਹੜੀ ਇੱਕ ਨਵੀਂ ਪਾਲਿਸੀ ਲਿਆਂਦੀ ਗਈ ਹੈ ਤਾਂ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਸਵਾਲ ਉਠਾਏ ਜਾ ਰਹੇ ਨੇ ਕਿ ਜਿਹੜੀ ਪਾਲਿਸੀ ਹੈ ਇਹ ਵਿਦਿਆਰਥੀਆਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਤਾਂ ਇਸੇ ਨੂੰ ਲੈ ਕੇ ਪ੍ਰੈਸ ਵਾਰਤਾਲਾਪ ਵੀ ਕੀਤਾ ਗਿਆ। ਸਾਡੇ ਨਾਲ ਸ਼ਮੀਤ ਸਿੰਘ ਨੇ ਔਰ ਵੱਖ-ਵੱਖ ਜਥੇਬੰਦੀਆਂ ਦੇ ਨਾਲ ਹੋਰ ਸੰਬੰਧਿਤ ਹੋਰ ਨੁਮਾਇੰਦੇ ਨੇ ਗੱਲਬਾਤ ਕਰਾਂਗੇ। ਬਾਈ ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਐਫੀਡੇਵਿਟ ਪਾਲਿਸੀ ਲੈ ਕੇ ਆਂਦੀ ਗਈ ਹੈ ਇਹ ਪਾਲਿਸੀ ਹੈ ਕੀ ਅਸਲ 'ਚ? ਇਹ ਜੀ ਪੰਜਾਬ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੇ ਐਫੀਡੈਵਿਟ ਇੰਟਰੋਡਿਊਸ ਕੀਤਾ ਗਾ ਕਿ ਜਦੋਂ ਕਿਸੇ ਨੇ ਐਡਮਿਸ਼ਨ ਲੈਣੀ ਆ ਐਡਮਿਸ਼ਨ ਦੇ ਨਾਲ ਨੋਟਰੀ ਤੋਂ ਟੈਸਟ ਕਰਾ ਕੇ ਐਫੀਡੈਵਿਟ ਦੇਣਾ ਗਾ ਤੇ ਜਿਹਦੇ ਵਿੱਚ ਇਹ ਸ਼ਰਤਾਂ ਲਿਖੀਆਂ ਨੇ ਕਿ ਵੀ ਧਰਨਾ ਗਾ ਬਿਨਾਂ ਪਰਮਿਸ਼ਨ ਤੋਂ ਨਹੀਂ ਲਾ ਸਕਦੇ ਤੇ ਧਰਨਾ ਲਾਉਣਾ ਵੀ ਆ ਤਾਂ ਕਿੰਨਾਂ ਨੇ ਜਗ੍ਹਾ ਬਣਾਈ ਹੋਈ ਆ 2 ਨੰਬਰ ਗੇਟ ਕੋਲੇ ਪੁਲਿਸ ਚੌਂਕੀ ਦੇ ਕੋਲੇ ਵੀ ਉੱਥੇ ਤੁਸੀਂ ਧਰਨਾ ਲਾ ਸਕਦੇ ਹੋ। ਤੇ ਤਾਂ ਜੇ ਨਾਅਰੇਬਾਜ਼ੀ ਵੀ ਕਰਨੀ ਹੈ ਧਰਨੇ ਦੇ ਵਿੱਚ ਤੁਸੀਂ ਇੱਕ ਜਿਹੜਾ ਡੈਸੀਬਲ ਦੱਸਤਾ ਵੀ ਸਾਊਂਡ ਵੀ ਇਸ ਤੋਂ ਉੱਪਰ ਤੁਸੀਂ ਨਾਅਰੇ ਨਹੀਂ ਕਰ ਸਕਦੇ ਹੈ ਨਾ ਵੀ ਹੋਰ 2-3 ਪੁਆਇੰਟ ਨੇ ਵੀ ਇਹਨਾਂ ਦੀ ਇਹ ਪਾਲਣਾ ਤੁਸੀਂ ਨਹੀਂ ਕਰੋਗੇ ਤੁਹਾਡੀ ਜਿਹੜੀ ਐਡਮਿਸ਼ਨ ਆ ਵੀ ਉਹ ਕੈਂਸਲ ਕਰ ਦਿੱਤੀ ਜਾਊਗੀ। ਇਹਦੇ ਵਿੱਚ ਜਿਹੜੀ ਇਹਨਾਂ ਦੀ ਇੰਟੈਂਸ਼ਨ ਇਹੀ ਆ ਕਿ ਵੀ ਪੰਜਾਬ ਯੂਨੀਵਰਸਿਟੀ ਵਿੱਚ ਜਿਹੜਾ ਐਕਟਿਵਿਜ਼ਮ ਆ ਸਟੂਡੈਂਟ ਪੋਲੀਟਿਕਸ ਆ ਉਹਨੂੰ ਖਤਮ ਕਰਨਾ ਗਾ ਕਿਉਂਕਿ ਇਹਦੀ ਜਿਹੜੀ ਜੜ ਸੈਨੇਟ ਵਾਲੇ ਪ੍ਰੋਟੈਸਟ ਤੋਂ ਸ਼ੁਰੂ ਹੁੰਦੀ ਆ ਕਿ ਉਦੋਂ ਜਿਹੜੇ ਪ੍ਰੋਟੈਸਟਿੰਗ ਸਟੂਡੈਂਟਸ ਸਾਡੇ ਤੇ ਪਰਚੇ ਹੋਏ ਆ ਇਹਨਾਂ ਨੇ ਸਾਨੂੰ ਪਹਿਲਾਂ ਬਲੈਕਮੇਲ ਕੀਤਾ ਕਿ ਤੁਸੀਂ ਐਫੀਡੈਵਿਟ ਸਾਈਨ ਕਰ ਦਿਓ ਤੁਹਾਡੇ ਅਸੀਂ ਪਰਚੇ ਰੱਦ ਕਰ ਦਾਂਗੇ। ਅਸੀਂ ਉਹ ਐਫੀਡੈਵਿਟ ਸਾਈਨ ਨਹੀਂ ਕੀਤੇ। ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਵੀ ਜਿਹੜੇ ਇਹ ਸਟੂਡੈਂਟ ਆ ਵੀ ਇਹ ਤਾਂ ਨਿਕਲ ਜਾਣਗੇ ਸਾਲ 2 ਸਾਲ ਤੱਕ ਐਡਮਿਸ਼ਨ ਇਹਨਾਂ ਦੀਆਂ ਹੋ ਜਾਣੀਆਂ ਪੂਰੀਆਂ ਵੀ ਜਿਹੜੇ ਨਿਊ ਐਡਮਿਸ਼ਨ ਆ ਰਹੀ ਹੈ ਉਹਨਾਂ ਨੂੰ ਅਸੀਂ ਐਡਮਿਸ਼ਨ ਦੇ ਟਾਈਮ ਹੀ ਬੰਨ੍ਹ ਲਈਏ ਕਿ ਕੱਲ੍ਹ ਨੂੰ ਜਿਹੜੀ ਪ੍ਰੋਟੈਸਟ ਆ ਜਾਂ ਇਹਨਾਂ ਦੇ ਖਿਲਾਫ ਆਵਾਜ਼ ਆ ਉਹ ਬੁਲੰਦ ਨਾ ਕਰ ਸਕਣ। ਜੇ ਇਹਨਾਂ ਦੇ ਖਿਲਾਫ ਬੋਲਣਗੇ ਉਹਨਾਂ ਦੀ ਐਡਮਿਸ਼ਨ ਰੱਦ ਕਰਨ ਦਾ ਇਹਨਾਂ ਕੋਲ ਇੱਕ ਜਿਹੜਾ ਲੀਗਲ ਰਾਈਟ ਹੋਊਗਾ। ਕੱਲਾ ਜਿਹੜੇ ਨਵੇਂ ਵਿਦਿਆਰਥੀ ਆ ਰਹੇ ਉਹਨਾਂ ਨੂੰ ਲੈ ਕੇ ਪਾਲਿਸੀ ਘੜੀ ਜਾ ਰਹੀ ਹੈ। ਹਾਂਜੀ ਇਹਨਾਂ ਨੇ ਵਿੱਚ ਦੀ ਤਾਂ ਕਈ ਡਿਪਾਰਟਮੈਂਟਾਂ ਦੇ ਵਿੱਚ ਜਿਹੜੇ 2nd-3rd ਈਅਰ ਵਾਲੇ ਸਟੂਡੈਂਟ ਆ ਉਹਨਾਂ ਤੋਂ ਵੀ ਇਹਨਾਂ ਨੇ ਐਫੀਡੈਵਿਟ ਜਿਹੜੇ ਭਰਵਾਏ ਆ ਤੇ ਬਟ ਜਿਹੜਾ ਇਹਨਾਂ ਨੇ ਇੰਟਰੋਡਿਊਸ ਕੀਤਾ ਸਿਰਫ ਨਿਊ ਵਾਲਿਆਂ ਲਈ ਕੀਤਾ ਬਟ ਆਪਦੀ ਮਰਜ਼ੀ ਨਾਲ ਇਹ ਕਿਤੇ ਲਿਖਤੀ ਹੈ ਨਹੀਂਗਾ ਆਪਦੀ ਮਰਜ਼ੀ ਨਾਲ ਹੀ ਜਿਹੜੇ ਆਨਗੋਇੰਗ ਬੈਚ ਵਾਲੇ ਆ ਉਹਨਾਂ ਤੋਂ ਵੀ ਇਹ ਜਿਹੜੇ ਐਫੀਡੈਵਿਟ ਭਰਵਾ ਰਹੇ ਆ ਕਈ ਡਿਪਾਰਟਮੈਂਟਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਹੈ। ਵੱਡਾ ਸਵਾਲ ਤੇ ਹੈ ਕਿ ਜਿਹੜੇ ਵਿਦਿਆਰਥੀ ਨੇ ਉਹ ਆਪਣੇ ਕੈਰੀਅਰ ਨੂੰ ਲੈ ਕੇ ਇੱਥੇ ਸਟੱਡੀ ਕਰਨ ਵਾਸਤੇ ਆਉਂਦੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤਾਂ ਖਾਸ ਤੌਰ ਤੇ ਉਹਨਾਂ ਦੀ ਕੋਈ ਵੀ ਇਸ ਤਰੀਕੇ ਦੀ ਜਿਹੜੀ ਮਨੋਭਾਵਨਾ ਨਹੀਂ ਹੁੰਦੀ ਕਿ ਇੱਥੇ ਅੱਗੇ ਪ੍ਰੋਟੈਸਟ ਕਰਨ ਜਾਂ ਇੱਦਾਂ ਦੀਆਂ ਚੀਜ਼ਾਂ ਕਰਨੀਆਂ ਪੈਣ। ਕੀ ਲੱਗਦਾ ਕਿ ਫਿਰ ਇਹ ਜਿਹੜੀ ਨੀਤੀ ਅਪਣਾਈ ਕਿਉਂ ਜਾ ਰਹੀ ਹੈ?
ਦੇਖੋ ਜੀ, ਜਦੋਂ ਕੋਈ ਸਟੂਡੈਂਟ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਨ ਆਉਂਦਾ, ਉਹ ਸਿਰਫ ਇੱਕ ਨੌਕਰੀ ਲੈਣ ਵਾਸਤੇ, ਇੰਪਲੋਇਮੈਂਟ ਵਾਸਤੇ ਨਹੀਂ ਆਉਂਦਾ, ਆਪਦੇ ਰਾਈਟਸ ਲੈਣ ਵਾਸਤੇ ਵੀ ਆਉਂਦਾ, ਆਪਦੇ ਰਾਈਟਸ ਪ੍ਰਤੀ ਸੁਚੇਤ ਹੋਣ ਲਈ ਵੀ ਆਉਂਦਾ। ਜਦੋਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹਾਂ ਅਸੀਂ, ਸਿਰਫ ਅਸੀਂ ਜਿਹੜਾ ਕਿਤਾਬੀ ਗਿਆਨ ਆ ਉਹ ਨਹੀਂ ਲੈਂਦੇ, ਅਸੀਂ ਇੱਥੋਂ ਵਿਚਰਦੇ ਹੋਏ ਜਿਹੜੇ ਆਪਦੇ ਹੱਕਾਂ ਪ੍ਰਤੀ ਉਹ ਸੁਚੇਤ ਹੁੰਦੇ ਆ। ਸੋ ਇਹਨਾਂ ਦੀ ਇਹੀ ਸੋਚ ਆ ਕਿ ਵੀ ਇਹ ਜਿਹੜੇ ਵਿਦਿਆਰਥੀ ਆਪਦੇ ਹੱਕਾਂ ਪ੍ਰਤੀ ਸੁਚੇਤ ਨਾ ਹੋਣ, ਇਹ ਕਿਤਾਬੀ ਕੀੜਾ ਬਣ ਕੇ ਜਿਹੜਾ ਸਿਲੇਬਸ ਇਹ ਸਾਨੂੰ ਪ੍ਰੋਵਾਈਡ ਕਰ ਰਿਹਾ, ਉਹ ਸਿਲੇਬਸ ਦੇ ਅੰਦਰ ਹੈ ਕਿ ਇੱਥੋਂ ਨਿਕਲ ਕੇ ਇਹਨਾਂ ਦੇ ਜਿਹੜੀਆਂ ਕਲੈਰੀਕਲ ਜੌਬਾਂ ਨੇ, ਕਲਰਕ ਲੱਗ ਕੇ ਕਿਤੇ ਆਪਦੀ ਨੌਕਰੀ ਕਰ ਲੈਣ, ਆਪਦੇ ਹੱਕਾਂ ਦੀ ਗੱਲ ਨਾ ਕਰਨ। ਖਾਸ ਤੌਰ ਤੇ ਜਿਹੜਾ ਮਸਲਾ ਹੈ ਕਿੰਨੇ ਕੁ ਸਮੇਂ ਤੋਂ ਲਟਕਦਾ ਆ ਰਿਹਾ, ਕਿ ਜਿਸ ਮਸਲੇ ਦੇ ਬਾਬਤ ਤੁਹਾਡੀ ਪਹਿਲਾਂ ਵੀ ਗੱਲਬਾਤ ਹੋਈ, ਜ਼ਿਕਰ ਕੀਤਾ ਗਿਆ, ਕਿੰਨੇ ਕੁ ਸਮੇਂ ਤੋਂ ਇਹ ਜਿਹੜੀ ਅਰਚਨਾ ਬਣੀ ਹੋਈ ਹੈ? ਦੇਖੋ ਜੀ, ਜਿਹੜਾ ਇਹਨਾਂ ਨੇ ਨਿਊ ਐਡਮਿਸ਼ਨਸ ਵਾਸਤੇ ਇੰਟਰੋਡਿਊਸ ਕੀਤਾ ਹੈਗਾ ਜੂਨ ਜੁਲਾਈ ਤੋਂ, ਜਿਹੜਾ ਨਵਾਂ ਸੈਸ਼ਨ ਸਟਾਰਟ ਹੋਇਆ ਹੈਗਾ, ਸੋ ਲਗਭਗ ਇਹਨੂੰ 8-9 ਮਹੀਨੇ ਹੋ ਚੁੱਕੇ ਆ। 8-9 ਮਹੀਨਿਆਂ ਤੋਂ ਮਸਲਾ ਜਿਹੜਾ ਲਗਾਤਾਰ ਚੱਲ ਰਿਹਾ ਹੈਗਾ। ਕਾਫੀ ਤਰ੍ਹਾਂ ਦੇ ਪ੍ਰੋਟੈਸਟ ਕਰ ਚੁੱਕੇ ਆ, ਮਸ਼ਾਲ ਮਾਰਚ ਹੋ ਚੁੱਕਿਆ, ਵੀਸੀ ਆਫਿਸ ਦੇ ਘਰ ਦਾ, ਜਿਹੜਾ ਵੀਸੀ ਦਾ ਘਰ ਆ ਉਹਦਾ ਘਰਾਓ ਹੋ ਚੁੱਕਿਆ, ਵੀਸੀ ਆਫਿਸ ਦੇ ਬਾਹਰ ਧਰਨੇ ਲੱਗ ਚੁੱਕੇ ਆ, ਬੜੇ ਅਲੱਗ-ਅਲੱਗ ਤਰ੍ਹਾਂ ਦੇ ਅਸੀਂ ਪ੍ਰਦਰਸ਼ਨ ਕਰ ਚੁੱਕੇ ਆ, ਪਰ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ ਹੈਗੀ। ਸਾਨੂੰ ਮਜਬੂਰੀ ਦੇ ਵਿੱਚ ਹੁਣ ਜਿਹੜਾ ਪੱਕਾ 24/7 ਧਰਨਾ ਗਾ ਉਹ ਲਾਉਣਾ ਪੈ ਰਿਹਾ ਹੈਗਾ। ਇੰਨਾ ਜ਼ਿਆਦਾ ਪ੍ਰਦਰਸ਼ਨ ਹੋਣ ਤੋਂ ਬਾਅਦ, ਮਸਾਲ ਮਾਰਚ ਹੋਣ ਤੋਂ ਬਾਅਦ, ਤਾਂ ਵੀ ਇਸ ਪਾਲਿਸੀ ਨੂੰ ਲਾਗੂ ਕੀਤਾ ਗਿਆ? ਹਾਂਜੀ ਬਿਲਕੁਲ ਜੀ। ਇਹ ਮਤਲਬ ਚਾਹੁੰਦੇ ਨਹੀਂ ਕਿ ਵੀ ਐਫੀਡੈਵਿਟ ਵਾਪਸ ਹੋਵੇ, ਇਹਨਾਂ ਦੀ ਮਨਸ਼ਾ ਇੱਥੋਂ ਪਤਾ ਲੱਗਦੀ ਆ। ਸੋ ਅਸੀਂ ਹੁਣ ਪੱਕਾ ਬੈਠਣ ਲੱਗੇ ਹਾਂ ਧਰਨੇ ਦੇ ਉੱਪਰ, ਤੇ ਫਿਰ ਦੇਖਾਂਗੇ ਵੀ ਫਿਰ ਕੀ ਹੁੰਦਾ। ਬਾਈ ਜੀ, ਕਿਵੇਂ ਦੇਖਦੇ ਹੋ ਕਿ ਆਖਰ ਜਿਹੜਾ ਮਸਲਾ ਹੈ, ਕਿਉਂਕਿ ਵਿਦਿਆਰਥੀ ਜਦੋਂ ਵੀ ਕੋਈ ਵਧੀਕੀ ਹੁੰਦੀ ਹੈ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ, ਤਾਂ ਉਹ ਪ੍ਰੋਟੈਸਟ ਕਰਦੇ ਨੇ, ਪੀਸਫੁਲੀ ਵੇ ਦੇ ਨਾਲ ਪ੍ਰੋਟੈਸਟ ਕੀਤਾ ਜਾਂਦਾ ਹੈ, ਤਾਂ ਖਾਸ ਤੌਰ ਤੇ ਜਿਹੜੀ ਇੱਕ ਨਵੀਂ ਨੀਤੀ ਦੇਖਣ ਨੂੰ ਮਿਲੀ ਹੈ ਚੰਡੀਗੜ੍ਹ ਯੂਨੀਵਰਸਿਟੀ ਵਿੱਚ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ, ਆਪਾਂ ਇਹਨੂੰ ਸਮਝੀਏ ਤਾਂ ਆ ਸਿਰਫ ਇੱਕ ਪਾਲਿਸੀ ਐਕਟਿਵਿਜ਼ਮ ਨੂੰ ਖਤਮ ਕਰਨ ਦੇ ਲਈ ਨਹੀਂ ਹੈਗੀ ਹੈ। ਆ ਦੇਸ਼ ਦੇ ਵਿੱਚ ਇਹਨਾਂ ਦੀ ਤਾਰਾਂ ਉੱਥੇ ਜੁੜੀਆਂ ਹੋਈਆਂ ਨੇ ਜਿਹੜੇ ਦੇਸ਼ ਦੇ ਵਿੱਚ ਇੰਟੈਲੈਕਚੁਅਲ ਨੂੰ, ਇੱਕ ਕਲਾਸ ਨੂੰ ਖਤਮ ਕਰਨਾ ਚਾਹੁੰਦੀਆਂ ਹੈ। ਬੇਸਿਕਲੀ ਇਸ ਟਾਈਮ ਇਹੋ ਜਿਹਾ ਮਾਹੌਲ ਹੈ ਦੇਸ਼ ਦੇ ਵਿੱਚ ਕਿ ਜਿਹੜੀ ਵੀ ਕਲਾਸ ਹੈ, ਜਿਹੜਾ ਸੋਚਣ ਸਮਝਣ ਦੀ ਸ਼ਕਤੀ ਰੱਖਦੀ ਹੈ ਜਾਂ ਉਹਦੇ ਵੱਲ ਥੋੜਾ ਜਾ ਰਿਹਾ, ਉਹਨੂੰ ਕਿਸ ਤਰ੍ਹਾਂ ਦਬਾਇਆ ਜਾਵੇ ਤੇ ਉਹਨੂੰ ਖਤਮ ਕਰ ਦਿੱਤਾ ਜਾਵੇ, ਤੇ ਸਾਰਿਆਂ ਨੂੰ ਹੀ ਇੱਕ ਕਲਰ ਦੇ ਵਿੱਚ ਪੇਂਟ ਕਰਕੇ ਉਹਨਾਂ ਨੂੰ ਇੱਕ ਅਲੱਗ ਹੀ ਰੋਬੋਟਿਕ ਕਲਾਸ ਬਣਾ ਦਿੱਤਾ ਜਾਵੇ। ਤਾਂ ਉਹਦੀ ਇੱਕ ਸ਼ੁਰੂਆਤ ਹੈ ਇੱਥੇ। ਸਾਨੂੰ ਪਤਾ ਹੈ ਕਿ ਜਦੋਂ ਵੀ ਇੰਟੈਲੈਕਚੁਅਲ ਕਲਾਸ ਦੀ ਆਪਾਂ ਸੋਰਸ ਦੀ ਗੱਲ ਕਰੀਏ ਤਾਂ ਉਹਦਾ ਜਨਮ ਯੂਨੀਵਰਸਿਟੀ ਤੇ ਕਾਲਜਸ ਦੇ ਵਿੱਚ ਹੀ ਹੁੰਦਾ ਹੈ, ਤੇ ਇਹਨਾਂ ਦੀ ਤਾਰਾਂ ਸਿੱਧੀਆਂ ਨਾਗਪੁਰ ਤੋਂ ਜੁੜੀਆਂ ਹੋਈਆਂ ਨੇ, ਤੇ ਉਹੀ ਆ ਪਾਲਿਸੀ ਜਿਹੜੇ ਇਹਨਾਂ ਦੇ ਬੌਸਸ ਚਾਹੁੰਦੇ ਨੇ ਉਹੀ ਇੱਥੇ ਅਪਲਾਈ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਕਿ ਜਿਵੇਂ ਨਾ ਜਿਵੇਂ ਸਟੂਡੈਂਟਸ ਦਾ ਐਕਟਿਵਿਜ਼ਮ ਖਤਮ ਕਰਕੇ ਕੱਲ ਨੂੰ ਫਿਰ ਉਹਨਾਂ ਨੂੰ ਆ ਕਿਹਾ ਜਾਵੇ ਕਿ ਤੁਸੀਂ ਸਾਹ ਵੀ ਨਾ ਲਓ, ਰੋਟੀ ਵੀ ਨਾ ਖਾਓ, ਹਰ ਚੀਜ਼ ਤੇ ਅਪਲਾਈ ਹੋਏਗਾ। ਇੱਕ ਹੋਰ ਜਾਣਕਾਰੀ ਵਾਸਤੇ ਗੱਲ ਦੱਸਿਓ ਕਿ ਅਸਲ ਦੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕਰਦੇ ਹੋ ਪੀਸਫੁਲੀ ਵੇ ਦੇ ਨਾਲ, ਆਖਰ ਉਹ ਕਿਹੜੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਪ੍ਰੋਟੈਸਟ ਕਰਨਾ ਪੈਂਦਾ ਤੁਹਾਨੂੰ? ਦੇਖੋ, ਬੀਇੰਗ ਅ ਸਟੂਡੈਂਟ ਤਾਂ ਮੈਨੂੰ ਬਹੁਤ ਇਸ ਚੀਜ਼ ਤੇ ਸ਼ਰਮ ਵੀ ਆਉਂਦੀ ਹੈ ਕਿ ਇੱਥੇ ਹਰ ਚੀਜ਼ ਲਈ ਪ੍ਰੋਟੈਸਟ ਹੀ ਕਰਨਾ ਪੈਂਦਾ ਹੈ। ਸਾਡੇ ਹੋਸਟਲਾਂ ਦਾ ਮੁੱਦਾ ਹੋਵੇ, ਫੀਸ ਦਾ ਮੁੱਦਾ ਹੋਵੇ, ਜਾਂ ਕਿਸੇ ਵੀ ਚੀਜ਼ ਦਾ ਮੁੱਦਾ, ਸਾਫ਼ ਸਫਾਈ ਦਾ ਮੁੱਦਾ ਹੋਵੇ, ਵਾਸ਼ਰੂਮਸ ਦਾ ਮੁੱਦਾ ਹੋਵੇ, ਇਨਫਰਾਸਟ੍ਰਕਚਰ ਦਾ ਮੁੱਦਾ ਹੋਵੇ, ਬਿਨਾਂ ਇੱਥੇ ਪ੍ਰੋਟੈਸਟ ਕੀਤੇ ਇੱਕ ਚੀਜ਼ ਵੀ ਨਹੀਂ ਹੁੰਦੀ। ਕੋਈ ਵੀ ਮਸਲਾ ਉਹਨਾਂ ਤੱਕ ਹੱਲ ਨਹੀਂ ਹੁੰਦਾ ਜਦੋਂ ਤੱਕ ਵਿਦਿਆਰਥੀ ਪ੍ਰੋਟੈਸਟ ਨਹੀਂ ਕਰਦੇ। ਬਿਲਕੁਲ। ਤਾਂ ਫਿਰ ਇਹਨਾਂ ਨੂੰ ਇਹੋ ਜਿਹੀ ਆਦਤ ਪੈ ਗਈ ਹੋਈ ਹੈ ਕਿ ਆਪਾਂ ਕੋਈ ਵੀ ਕੰਮ ਨਹੀਂ ਕਰਨਾ, ਬਸ ਆਪਾਂ ਸਵੇਰੇ ਆ ਕੇ ਆਪਣੀ ਕੁਰਸੀ ਤੇ ਬਹਿਣਾ ਹੈ ਤੇ ਸਾਨੂੰ ਕੋਈ ਡਿਸਟਰਬੈਂਸ ਨਾ ਹੋਵੇ। ਦੇਖੋ, ਕਿਸੇ ਦਾ ਮਨ ਨਹੀਂ ਕਰਦਾ ਆਪਣੀ ਕਲਾਸ ਛੱਡ ਕੇ ਇੱਥੇ ਆ ਕੇ ਧਰਨਾ ਦੇਵੇ, ਹਰ ਸਟੂਡੈਂਟ ਇੱਥੇ ਪੜ੍ਹਨ ਲਈ ਆਉਂਦਾ ਹੈ, ਬਟ ਉਸ ਚੀਜ਼ ਲਈ ਵੀ ਬਿਲਕੁਲ ਆਪੋਜ਼ਿਟ ਨੇ ਕਿ ਬੱਚਾ ਇੱਥੇ ਆਪਣੀ ਆਵਾਜ਼ ਹੀ ਬੰਦ ਕਰ ਦੇਵੇ। ਤੁਸੀਂ ਇੱਥੇ ਹੰਡ ਗਏ ਹੋ ਸੰਘਰਸ਼ ਕਰਕੇ, ਸਮੇਂ-ਸਮੇਂ ਤੇ ਤੁਹਾਨੂੰ ਪ੍ਰੋਟੈਸਟ ਕਰਨਾ ਪਿਆ ਹੈ, ਤਾਂ ਲੱਗਦਾ ਨਹੀਂ ਕਿ ਜਿਹੜੇ ਨਵੇਂ ਵਿਦਿਆਰਥੀ ਆਏ ਨੇ ਜਿਨ੍ਹਾਂ ਦੇ ਕੋਲੋਂ ਐਫੀਡੇਵਿਟ ਲਏ ਜਾ ਰਹੇ ਨੇ, ਉਹਨਾਂ ਦੇ ਮਨ ਦੇ ਵਿੱਚ ਤੇ ਸਹਿਮ ਹੋਊਗਾ ਨਾ ਵੀ ਅਸੀਂ ਤੇ ਆਪਣੇ ਭਵਿੱਖ ਨੂੰ ਲੈ ਕੇ ਆਏ ਆ, ਅਸੀਂ ਆਪਣਾ ਫਿਊਚਰ ਬਣਾਉਣ ਆਏ ਆ, ਅਸੀਂ ਫਿਊਚਰ ਦਾ ਤੇ ਲਾ ਕੇ ਕਿਵੇਂ ਇਹਨਾਂ ਹੁਕਮਾਂ ਦੀ ਅਦੁੱਲੀ ਕਰ ਦਾਂਗੇ? ਦੇਖੋ, ਕਿਸੇ ਨਾ ਕਿਸੇ ਨੂੰ ਤਾਂ ਸੈਕਰੀਫਾਈਸ ਬਿਲਕੁਲ ਕਰਨਾ ਪੈਂਦਾ। ਕਦੀ ਅਸੀਂ ਵੀ ਉਸੇ ਕਲਾਸ ਵਿੱਚ ਸੀਗੇ ਜਦੋਂ ਆਪਾਂ ਨਵੇਂ ਆਏ ਸੀ, ਤੇ ਹਾਲੇ ਵੀ ਜਿਹੜੇ ਨਵੇਂ ਸਟੂਡੈਂਟਸ ਆਏ ਨੇ ਉਹ ਵੀ ਸਮਝ ਰਹੇ ਇਸ ਚੀਜ਼ ਨੂੰ ਕਿ ਇਹਦਾ ਸੋਰਸ ਕੀ ਹੈ ਤੇ ਕਿੱਥੋਂ ਚੀਜ਼ ਆ ਰਹੀ ਹੈ, ਤੇ ਸਾਡੇ ਨਾਲ ਨੇ ਉਹ ਸਾਰੇ ਨਵੇਂ ਸਟੂਡੈਂਟਸ ਵੀ, ਉਹਨਾਂ ਨੂੰ ਡਰਾਇਆ ਜਾ ਰਿਹਾ ਹੈ। ਤਾਂ ਬੀਇੰਗ ਅ ਸੀਨੀਅਰ ਆਪਾਂ ਉਹਨਾਂ ਨਾਲ ਖੜੇ ਹਾਂ, ਤਾਂ ਉਹਨਾਂ ਨੂੰ ਆਪਾਂ ਪੂਰਾ ਚੀਜ਼ ਸਮਝਾ ਰਹੇ ਹਾਂ ਕਿ ਇਸ ਚੀਜ਼ ਦਾ ਇਸ਼ੂ ਕੀ ਹੈ ਤੇ ਉਹਦੇ ਇੰਪੈਕਟ ਕਿੰਨਾ ਹਾਰਮਫੁਲ ਨੇ। ਕੌਂਸਲ ਦੇ ਵਿੱਚ ਜਿੰਨੀਆਂ ਵੀ ਸਮੁੱਚੀਆਂ ਵੱਖ-ਵੱਖ ਜਥੇਬੰਦੀਆਂ ਨੇ ਜਿਹੜੇ ਇਸ ਵਕਤ ਨੁਮਾਇੰਦੇ ਬਣੇ ਨੇ, ਕਿ ਉਹ ਸਾਰੇ ਤੁਹਾਡੇ ਨਾਲ ਨੇ ਇਸ ਵੱਲ ਸਹਿਯੋਗ? ਬਿਲਕੁਲ, ਸਾਰੇ ਸਾਡੇ ਨਾਲ ਨੇ। ਇੱਕ ਪਾਰਟੀ ਤੋਂ ਬਿਯੋਂਡ ਜਾ ਕੇ ਇੱਕ ਆਲ ਫਰੰਟ ਦਾ ਪ੍ਰੋਟੈਸਟ ਹੈ, ਤੇ ਸਟੂਡੈਂਟ ਪ੍ਰੋਟੈਸਟ ਹੈ, ਕੋਈ ਪਾਰਟੀ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਬਾਈ ਜੀ, ਨਵੇਂ ਵਿਦਿਆਰਥੀਆਂ ਵਾਸਤੇ ਨਵੀਂ ਪਾਲਿਸੀ ਘੜ ਦਿੱਤੀ ਗਈ, ਕੀ ਲੱਗਦਾ ਕਿ ਹੁਣ ਇਸ ਪਾਲਿਸੀ ਨੂੰ ਰੋਕ ਲਾਉਣ ਵਾਸਤੇ ਰਸਤਾ ਕੀ ਹੈ ਤੁਹਾਡੇ ਕੋਲ? ਦੇਖੋ, ਆਪਾਂ ਸਾਰੇ ਰਸਤੇ ਇਸ ਟਾਈਮ ਅਪਣਾ ਰਹੇ ਹਾਂ ਇਸ ਐਫੀਡੇਵਿਟ ਨੂੰ ਰੁਕਵਾਉਣ ਵਾਸਤੇ। ਮੈਂ ਖੁਦ ਕੋਰਟ ਦੇ ਵਿੱਚ ਕੇਸ ਫਾਈਲ ਕੀਤਾ ਹੋਇਆ ਹੈ ਐਫੀਡੇਵਿਟ ਦੇ ਖਿਲਾਫ, ਜਿਹਦੇ ਉੱਪਰ ਹਾਲੇ ਕੋਰਟ ਦੇ ਸੁਣਵਾਈ ਚੱਲ ਰਹੀ ਹੈ। ਪਰ ਤੁਸੀਂ ਦੇਖੋਗੇ, ਜੋ ਤੁਹਾਨੂੰ ਪਤਾ ਲੱਗਦਾ ਜਿਹੜਾ ਯੂਨੀਵਰਸਿਟੀ ਦਾ ਸਟੈਂਡ ਹੈ ਕੋਰਟ ਦੇ ਵਿੱਚ, ਬੜਾ ਦੋਹਰਾ ਸਟੈਂਡ ਹੈ। ਉੱਥੇ ਉਹ ਕਹਿੰਦੇ ਕਿ ਅਸੀਂ ਐਫੀਡੇਵਿਟ ਵਾਪਸ ਨਹੀਂ ਲਵਾਂਗੇ, ਇਸ 'ਤੇ ਇੰਪਲੀਮੈਂਟ ਕਰਨਾ ਚਾਹੁੰਦੇ ਹਾਂ। ਬੱਚੇ ਇੱਥੇ ਮਤਲਬ ਕਿ ਪ੍ਰੋਟੈਸਟ ਕਰਦੇ ਆ, ਸਾਨੂੰ ਤੰਗ ਕਰਦੇ, ਇੱਥੇ ਵਾਇਲੈਂਸ ਕਰਦੇ ਆ।
ਤੇ ਪੈਰਲਲੀ ਇੱਕ ਪਾਸੇ ਬੱਚਿਆਂ ਨੂੰ ਕਹਿੰਦਾ ਅਸੀਂ ਤਾਂ ਵਾਪਸ ਕਰਨ ਨੂੰ ਤਿਆਰ ਆ, ਤੁਸੀਂ ਕੇਸ ਵਾਪਸ ਲੈ ਲਓ ਜਾਂ ਤੁਸੀਂ ਇਹ ਕਰ ਲਓ। ਮਤਲਬ ਇਹ ਡਬਲ ਪਲੇ ਕਰ ਰਹੀ ਹੈ ਯੂਨੀਵਰਸਿਟੀ ਦਾ, ਜਿਹੜੀ ਮਾਨਸਿਕਤਾ ਬੜੀ ਇਹ ਹੈ ਕਿ ਆਪਾਂ ਕਿਸੇ ਤਰੀਕੇ ਨਾਲ ਐਕਟਿਵਿਜ਼ਮ ਖਤਮ ਕਰ ਦਈਏ ਆਪਸ। ਜਿਹੜਾ ਯੂਨੀਵਰਸਿਟੀ ਨੇ ਤਰਕ ਦਿੱਤਾ ਕਿ ਇੱਥੇ ਵਾਇਲੇਸ਼ਨ ਕਰਦੇ ਆ ਸਟੂਡੈਂਟ, ਕੀ ਲੱਗਦਾ ਕਿ ਵਾਇਲੇਸ਼ਨ ਹੋਈ ਪਹਿਲਾਂ ਤਾਂ ਕਦੇ? ਦੇਖੋ ਜਿਹੜਾ ਆਪਣਾ ਪ੍ਰੋਟੈਸਟ ਹੈ ਅੱਜ ਤੱਕ ਹਮੇਸ਼ਾ ਪੀਸਫੁਲ ਰਿਹਾ। ਕਦੇ ਇੱਕ ਅੱਧਾ ਇਨਸੀਡੈਂਟ ਹੋਏਗਾ ਜਿੱਥੇ ਪ੍ਰੋਟੈਸਟ ਵਾਇਲੈਂਟ ਹੋਏ, ਠੀਕ ਹੈ, ਪਰ ਉਹਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਅੱਜ ਤੱਕ ਹਮੇਸ਼ਾ ਇਹ ਜਿਹੜਾ ਸਟੈਪ ਹੈ ਜਾਂ ਯੂਨੀਵਰਸਿਟੀ ਵੱਲ ਲਿੱਤਾ ਗਿਆ, ਪੁਲਿਸ ਵੱਲ ਲਿੱਤਾ ਗਿਆ, ਲਾਠੀ ਚਾਰਜ ਕੀਤਾ ਗਿਆ। ਕਦੇ ਬੱਚਿਆਂ ਨੇ ਕੋਈ ਤੋੜ ਫੋੜ ਕੀਤੀ ਹੋਵੇ, ਕੁਝ ਐਦਾਂ ਦਾ ਨਹੀਂ ਰਹੇਗਾ। ਪਰ ਜਿਹੜਾ ਹੁਣ ਇਹ ਕੋਰਟ ਦੇ ਵਿੱਚ ਕਹਿੰਦੇ ਕ੍ਰਿਮੀਨਲ ਮਾਈਂਡਡ ਬੱਚਾ, ਤੁਸੀਂ ਦੱਸੋ ਕਿ ਯੂਨੀਵਰਸਿਟੀ ਨੇ ਜਿਹੜੇ ਅੱਜ ਤੱਕ ਕੇਸ ਫਾਈਲ ਕੀਤਾ, ਸਿਵਲ ਕੇਸ ਫਾਈਲ ਕੀਤਾ, ਕ੍ਰਿਮੀਨਲ ਕੇਸ ਕਿਹਦੇ ਕੋਲ ਫਾਈਲ ਹੋਇਆ? ਅੱਜ ਤੱਕ ਕੋਈ ਬੱਚਾ ਆਪਾਂ ਸੁਣਿਆ ਕਿ ਜਿਹਨੂੰ ਸਜ਼ਾ ਹੋਈ ਹੋਵੇ ਜਾਂ ਕੋਈ ਜੇਲ੍ਹ ਦੇ ਵਿੱਚ ਗਿਆ ਹੋਵੇ ਜਿਹਨੇ ਪ੍ਰੋਟੈਸਟ ਕੀਤਾ, ਪ੍ਰੋਟੈਸਟ ਕਰਕੇ? ਤਾਂ ਬੜਾ ਇਹ ਇਹਨਾਂ ਦੀ ਮਾਨਸਿਕਤਾ ਬੜੀ ਹੀ ਹੋ ਗਈ ਕਿ ਇੱਕ ਬੱਚਾ ਪ੍ਰੋਟੈਸਟ ਕਰ ਰਿਹਾ ਉਹਨੂੰ ਕ੍ਰਿਮੀਨਲ ਵਾਂਗੂ ਦੇਖਣ ਲੱਗਿਆ ਕਿ ਬੱਚਾ ਅੱਜ ਤੁਸੀਂ ਕਿਸੇ ਨੂੰ ਮਾਰੋ ਤੇ ਉਹ ਆਪਣੀ ਆਵਾਜ਼ ਉਠਾਏ, ਉਹ ਗਲਤ ਹੈ। ਜੋ ਇਹਨਾਂ ਦਾ ਤਰਕ ਇਹੀ ਆ ਕਿ ਵੀ ਉਹ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਬੱਚੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਜੇਕਰ ਉਹ ਅੱਗੇ ਰੈਜ਼ਿਸਟ ਕਰ ਰਿਹਾ ਤਾਂ ਉਹ ਗਲਤ ਹੈ। ਜਦੋਂ ਤੁਸੀਂ ਪ੍ਰੋਟੈਸਟ ਕਰਦੇ ਹੋ ਤਾਂ ਤੁਹਾਨੂੰ ਸਮਰਥਨ ਦੇਣ ਵਾਸਤੇ ਬਾਹਰ ਤੋਂ ਵੀ ਕਿਸਾਨ ਜਥੇਬੰਦੀਆਂ, ਮਜ਼ਦੂਰ ਜਾਂ ਹੋਰ तमाम ਸਾਰੀਆਂ ਜਥੇਬੰਦੀਆਂ ਆਉਂਦੀਆਂ, ਕੀ ਲੱਗਦਾ ਕਿ ਉਹਨਾਂ ਦੇ ਉੱਪਰ ਵੀ ਕਿਸੇ ਤਰ੍ਹਾਂ ਦੀ ਕੋਈ ਇਸ ਐਫੀਡੇਵਿਟ ਦੇ ਵਿੱਚ ਆਬਜੈਕਸ਼ਨ ਕੀਤੀ ਗਈ ਹੈ? ਦੇਖੋ ਸਾਰਿਆਂ ਵੱਲੋਂ ਆਬਜੈਕਸ਼ਨ ਹੈ। ਤੁਸੀਂ ਉਹਦੇ ਐਫੀਡੇਵਿਟ ਦਾ ਪੁਆਇੰਟ ਪੜ੍ਹੋਗੇ ਨਾ, ਉੱਥੇ ਐਫੀਡੇਵਿਟ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜੇਕਰ ਕੋਈ ਵੀ ਆਊਟਸਾਈਡਰ ਪ੍ਰੋਟੈਸਟ ਤੇ ਆਉਂਦਾ ਹੈ ਤਾਂ ਜਿਹੜੇ ਬੱਚੇ ਨੇ ਐਫੀਡੇਵਿਟ ਦਿੱਤਾ ਹੈ ਕਿ ਉਹਦੀ ਐਡਮਿਸ਼ਨ ਕੈਂਸਲ ਕਰ ਸਕਦੇ ਆ, ਫਿਰ ਉਹਨੂੰ ਪੇਪਰ 'ਚ ਬਹਿਣ ਤੋਂ ਰੋਕ ਸਕਦੇ ਆ। ਤਾਂ ਹੁਣ ਦੇਖੋ ਕਿ ਇੱਥੇ 50 ਬੱਚੇ ਪ੍ਰੋਟੈਸਟ ਤੇ ਬੈਠੇ ਆ, ਉਹਦੇ ਵਿੱਚੋਂ ਇੱਕ ਬੰਦੇ ਦੇ ਨਾਲ ਉਹ ਜਥੇਬੰਦੀ ਆਈ ਹੈ, ਠੀਕ ਹੈ। ਤੁਸੀਂ ਮਤਲਬ ਉਹ ਜਿਹੜੇ ਬਾਕੀ ਬਚ ਗਏ 49 ਬੱਚੇ ਤੇ ਉਹਨਾਂ ਨੂੰ ਸਸਪੈਂਡ ਕਰੋਗੇ? ਮਤਲਬ ਜਿਹੜਾ ਇਹ ਐਫੀਡੇਵਿਟ ਆਪਣੇ ਆਪ 'ਚ ਹੀ ਬੜਾ ਕੰਟਰੋਵਰਸ਼ੀਅਲ ਹੈ। ਤੁਸੀਂ ਰੋਕ ਅੱਜ ਕਹਿੰਦੇ ਨੇ, ਕੱਲ ਕੋਈ ਜਿਹੜਾ ਬਾਹਰ ਤੋਂ ਕੋਈ ਆਂਦਾ ਉਹ ਹੌਸਲਾ ਅਫਜ਼ਾਈ ਕਰਨ ਆਂਦਾ ਕਿ ਬੱਚਾ ਆਪਣੇ ਹੱਕਾਂ ਲਈ ਲੜ ਰਿਹਾ, ਉਹਨੂੰ ਸਮਰਥਨ ਦੇਣ ਲਈ ਆਂਦਾ। ਕੱਲ ਤੁਸੀਂ ਸਮਰਥਨ ਦੇਣ ਵਾਲੇ ਬੰਦਿਆਂ ਨੂੰ ਵੀ ਐਂਟਰੀ ਰੋਕਣ ਲੱਗੇ, ਉਹਦੇ ਬਿਹਾਫ ਤੇ ਬੱਚਿਆਂ ਨੂੰ ਕੈਂਸਲ ਕਰਨ ਲੱਗੇ, ਤੇ ਬੜਾ ਹੀ ਗਲਤ ਹੋਇਆ ਨਾ ਕਿ ਜਿਵੇਂ ਕਿ ਹੁਣ ਕੋਈ ਕੋਈ ਵੀ ਆਪਣਾ ਮੁੱਦਾ ਹੈ ਜਿਹੜਾ ਲਾਅ ਰਿਲੇਟਡ ਮੁੱਦਾ ਹੈ, ਜੇ ਆਪਣੇ ਲਾਅ ਵਿਭਾਗ ਦੇ ਬੱਚੇ ਪ੍ਰੋਟੈਸਟ ਤੇ ਬੈਠੇ, ਕੋਈ ਜੱਜ ਕੱਲ ਸਮਰਥਨ ਦੇਣ ਨੂੰ ਆਂਦਾ, ਕੱਲ ਤੁਸੀਂ ਜੱਜ ਨੂੰ ਵੀ ਬਾਹਰ ਕੱਢੋਗੇ, ਜੱਜ ਦੇ ਆਉਣ ਤੋਂ ਬੱਚਿਆਂ ਨੂੰ ਸਸਪੈਂਡ ਕਰੋਗੇ। ਤਾਂ ਬੜਾ ਇਹ ਕੰਟਰੋਵਰਸ਼ੀਅਲ ਜਿਹੜਾ ਇਹਨਾਂ ਐਫੀਡੇਵਿਟ ਹੈ। ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆਪਣੇ ਫਿਊਚਰ ਨੂੰ ਲੈ ਕੇ, ਕੈਰੀਅਰ ਨੂੰ ਲੈ ਕੇ ਆਏ ਹੋ। ਲੱਗਦਾ ਨਹੀਂ ਕਿ ਜਿਸ ਹਿਸਾਬ ਦੇ ਨਾਲ ਯੂਨੀਵਰਸਿਟੀ ਪਾਲਿਸੀਆਂ ਦਾ ਤੁਸੀਂ ਵਿਰੋਧ ਕਰ ਰਹੇ ਹੋ, ਆਉਣ ਵਾਲੇ ਸਮੇਂ 'ਚ ਤੁਹਾਡਾ ਭਵਿੱਖ ਵੀ ਦਾਅ 'ਤੇ ਆ? ਸਰ ਇਹ ਚੀਜ਼ਾਂ ਤਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਇਹ ਚੀਜ਼ ਅਸੀਂ ਵੀ ਸੋਚਦੇ ਹਾਂ ਤੇ ਸਾਡੇ ਪੇਰੈਂਟਸ ਵੀ ਸੋਚਦੇ ਆ ਕਿ ਸਟੂਡੈਂਟਸ ਅਗਰ ਅਥਾਰਟੀ ਦੇ ਖਿਲਾਫ ਖੜੇ ਹੈ ਤੇ ਇਹਨਾਂ ਦਾ ਭਵਿੱਖ ਵੀ ਦਾਅ 'ਤੇ ਹੈ। ਪਰ ਸਰ ਇਸ ਯੂਨੀਵਰਸਿਟੀ ਨੇ ਹੀ ਸਾਨੂੰ ਇਹ ਸਿਖਾਇਆ। ਅਗਰ ਅਸੀਂ ਪੋਲੀਟੀਕਲ ਸਾਇੰਸ ਪੜ੍ਹ ਰਹੇ ਹਾਂ ਤੇ ਅਸੀਂ ਆਪਣੀ ਜੋ ਪੜ੍ਹਿਆ ਆ ਉਹ ਵਿਚਾਰਾਂਗੇ। ਅਸੀਂ ਜੋ ਕਰ ਰਹੇ ਹਾਂ ਅਸੀਂ ਆਪਣਾ ਪੜ੍ਹਿਆ ਹੀ ਵਿਚਾਰ ਰਹੇ ਹਾਂ। ਅਗਰ ਅਸੀਂ ਸੰਵਿਧਾਨ ਦਾ ਪੜ੍ਹਦੇ ਹਾਂ, ਡੈਮੋਕ੍ਰੇਸੀ ਦਾ ਪੜ੍ਹਦੇ ਹਾਂ, ਆਪਣੇ ਰਾਈਟਸ ਦਾ ਪੜ੍ਹਦੇ ਹਾਂ ਤੇ ਅਸੀਂ ਉਹੀ ਚੀਜ਼ਾਂ ਇਹਨਾਂ ਤੋਂ ਜਦ ਡਿਮਾਂਡ ਕਰਨ ਲਈ ਆ ਰਹੇ ਹਾਂ ਤੇ ਅਥਾਰਟੀ ਸਾਨੂੰ ਕਹਿ ਰਹੀ ਹੈ ਕਿ ਤੁਸੀਂ ਕੁਝ ਇੱਦਾਂ ਦੀ ਚੀਜ਼ਾਂ ਕਰ ਰਹੇ ਹੋ ਕਿ ਤੁਹਾਡਾ ਫਿਊਚਰ ਖਰਾਬ ਹੋ ਜਾਏਗਾ। ਸਰ ਜਦ ਇੱਕ ਸਟੂਡੈਂਟ ਯੂਨੀਵਰਸਿਟੀ ਵਿੱਚ ਆਉਂਦਾ ਆ ਉਹ ਬੜਾ ਅਨਨੋਨ ਹੁੰਦਾ ਆ ਕਿ ਯੂਨੀਵਰਸਿਟੀ ਉਹਦੇ ਲਈ ਕੀ ਰੱਖੂਗੀ ਅੱਗੇ। ਅਸੀਂ ਜਦ ਆਏ ਪਿਛਲੇ ਸਾਲ ਸਾਡੇ ਸਾਹਮਣੇ ਐਫੀਡੇਵਿਟ ਨਹੀਂ ਸੀਗਾ। ਇੱਕ ਸਾਲ ਵਿੱਚ ਅਸੀਂ ਬਹੁਤ ਕੁਝ ਸਿੱਖਿਆ। ਇਸ ਯੂਨੀਵਰਸਿਟੀ ਵਿੱਚ ਬਹੁਤ ਪ੍ਰੋਟੈਸਟ ਵੀ ਵੇਖੇ, ਕਿਤੇ ਨਾ ਕਿਤੇ ਸਾਡੀ ਵੀ ਪੋਲੀਟੀਕਲ ਕੌਨਸ਼ੀਅਸਨੈਸ ਵਧੀ। ਇਸ ਤੋਂ ਇਲਾਵਾ ਕਲਚਰਲ ਸਭ ਚੀਜ਼ਾਂ ਇੱਥੇ ਹੁੰਦੀਆਂ ਰਹੀਆਂ ਆ। ਹੁਣ ਇਸ ਜੂਨ ਵਿੱਚ ਜਦ ਐਫੀਡੇਵਿਟ ਆ ਗਿਆ ਸਰ, ਅੱਜ ਉਸ ਪਿਛਲੇ ਸਾਲ ਦੇ ਫਰੈਸ਼ਰਸ 'ਚ ਤੇ ਅੱਜ ਦੇ ਫਰੈਸ਼ਰਸ ਵਿੱਚ ਤੁਸੀਂ ਫ਼ਰਕ ਦੇਖੋ ਕਿ ਇਸ ਵਾਰ ਦਾ ਜਿਹੜਾ ਫਰੈਸ਼ਰ ਆ ਉਹ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ਡ ਤੇ ਇੰਨਾ ਜ਼ਿਆਦਾ ਡਰ ਦੇ ਵਿੱਚ ਆ ਕਿ ਉਹਨਾਂ ਨੂੰ ਮਤਲਬ ਹਰ ਇੱਕ ਤਰੀਕੇ ਨਾਲ ਤੁਸੀਂ ਕਹਿ ਲਓ ਕਿ ਮੈਂਟਲ ਹਰਾਸਮੈਂਟ ਕਰਕੇ ਇਸ ਐਫੀਡੇਵਿਟ ਨੂੰ ਲਿਆ ਜਾ ਰਿਹਾ ਹੈ। ਇਸ ਐਫੀਡੇਵਿਟ ਕਰਕੇ ਜਿਹੜੇ ਨਵੇਂ ਵਿਦਿਆਰਥੀ ਆ ਰਹੇ, ਸਹਿਮ ਹੈਗਾ ਕਿਸੇ ਤਰ੍ਹਾਂ ਦੇ ਉਹਨਾਂ 'ਚ? ਸਰ ਜੋ ਨਵੇਂ ਵਿਦਿਆਰਥੀ ਨੇ ਉਹ ਤਾਂ ਮਤਲਬ ਪਹਿਲੀ ਵਾਰ 'ਚ ਪੜ੍ਹ ਕੇ ਹੀ ਸਟੂਡੈਂਟਸ ਕਹਿ ਰਹੇ ਆ ਕਿ ਅਸੀਂ ਤਾਂ ਇਸ ਐਫੀਡੇਵਿਟ ਨੂੰ ਨਹੀਂ ਦੇਣਾ ਚਾਹੁੰਦੇ। ਇਹਦੇ ਲਈ ਸਾਡੇ ਕੋਲ ਐਗਜ਼ਾਮਪਲ ਆ, ਚਾਹੇ ਉਹ ਫਿਲੋਸਫੀ ਡਿਪਾਰਟਮੈਂਟ ਆ, ਬਾਇਓਫਿਜ਼ਿਕਸ ਡਿਪਾਰਟਮੈਂਟ ਆ, ਇੰਗਲਿਸ਼ ਡਿਪਾਰਟਮੈਂਟ ਆ, ਇੱਦਾਂ ਦੇ ਬਹੁਤ ਸਾਰੇ ਡਿਪਾਰਟਮੈਂਟਸ ਨੇ, UICT ਡਿਪਾਰਟਮੈਂਟ ਆ, ਜਿਨ੍ਹਾਂ ਦੇ ਸਟੂਡੈਂਟਸ ਨੇ ਕਲੈਕਟਿਵ ਐਪਲੀਕੇਸ਼ਨ ਲਿਖੀ ਆਪਣੇ ਚੇਅਰਪਰਸਨ ਨੂੰ ਕਿ ਅਸੀਂ ਇਸ ਐਫੀਡੇਵਿਟ ਨੂੰ ਨਹੀਂ ਦੇਣਾ ਚਾਹੁੰਦੇ ਤੇ ਅਨਡੈਮੋਕ੍ਰੈਟਿਕ ਆ ਤੇ ਅਨਕਨਸਟੀਟਿਊਸ਼ਨਲ ਆ। ਰਹੀ ਗੱਲ ਜੋ ਆਪਣੇ ਫਿਊਚਰ ਦੀ ਆ, ਸਰ ਫਿਊਚਰ ਇਸ ਯੂਨੀਵਰਸਿਟੀ ਨੇ ਜੋ ਸਾਨੂੰ ਦੇਣਾ ਆ, ਅਸੀਂ ਵੀ ਬਹੁਤ ਜ਼ਿਆਦਾ ਨਿਰਾਸ਼ ਹੋ ਚੁੱਕੇ ਹਾਂ ਕਿ ਸਾਡਾ ਫਿਊਚਰ ਹੀ ਦਾਅ 'ਤੇ ਇਸ ਕਰਕੇ ਲਗਾਇਆ ਜਾ ਰਿਹਾ ਕਿਉਂਕਿ ਤੁਸੀਂ ਆਪਣੇ ਹੱਕ ਮੰਗ ਰਹੇ ਹੋ। ਤਾਂ ਉਹ ਚੀਜ਼ ਸਰ ਦੇਖੀ ਜਾਏਗੀ, ਬਟ ਅਸੀਂ ਆਪਣੇ ਹੱਕ ਲਈ ਐਂਡ ਤੱਕ ਲੜਾਂਗੇ ਕਿ ਇਸ ਐਫੀਡੇਵਿਟ ਨੂੰ ਵਿਦਡਰਾਅ ਕਰਵਾਉਣ ਲਈ। ਯੂਨੀਵਰਸਿਟੀ ਦੇ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਸੱਤਾਧਾਰੀ ਧਿਰ ਹੁੰਦੀ ਆ, ਖਾਸ ਤੌਰ ਤੇ ਉਹਨਾਂ ਦੀ ਵੀ ਇਨਵੋਲਵਮੈਂਟ ਹੁੰਦੀ, ਉਹਨਾਂ ਦੇ ਕੁਝ ਨੁਮਾਇੰਦੇ ਹੁੰਦੇ ਆ, ਤੇ ਤੁਸੀਂ ਇਹ ਜਿਹੜੀ ਗੱਲ ਹੈ ਤੁਸੀਂ ਉਹਨਾਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਕੋਲ ਨਹੀਂ ਲੈ ਕੇ ਗਏ ਕਿ ਤੁਸੀਂ ਇਹਦੇ ਵਿੱਚ ਸਾਨੂੰ ਸਮਰਥਨ ਕਰੋ?
ਸਰ ਇਹ ਜੋ ਐਫੀਡੇਵਿਟ ਦਾ ਮੁੱਦਾ ਆ ਇਹ ਪੰਜਾਬ ਸਰਕਾਰ ਤੱਕ ਬਿਲਕੁਲ ਪਹੁੰਚਿਆ ਹੋਇਆ ਆ, ਚਾਹੇ ਉਹ ਜੋ ਪ੍ਰੀਸਾਈਡਿੰਗ ਆਫੀਸਰ ਨੇ ਆਪਣੇ ਵਿਧਾਨ ਸਭਾ ਦੇ, ਇਸ ਤੋਂ ਇਲਾਵਾ ਕਾਫੀ ਸਾਰੇ ਜੋ ਪੰਜਾਬ ਸਰਕਾਰ ਦੇ ਜੋ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਤੱਕ ਵੀ ਇਹ ਮੁੱਦਾ ਪਹੁੰਚਿਆ ਹੋਇਆ ਆ। ਅਸੀਂ ਫਿਰ ਤੋਂ ਰੀਚ ਆਊਟ ਕਰਾਂਗੇ। ਐਕਚੁਅਲੀ ਸ਼ੁਰੂਆਤ ਵਿੱਚ ਜਦ ਇਹ ਮੁੱਦਾ ਹਾਈ ਕੋਰਟ ਵਿੱਚ ਚੱਲ ਜਾਂਦਾ ਆ, ਉਸ ਬਾਅਦ ਹੁਣ ਤੱਕ ਵੀ ਰੀਚ ਆਊਟ ਹੈ। ਇਹ ਮੁੱਦਾ ਹਰ ਜਗ੍ਹਾ ਤੇ ਹਾਈਲਾਈਟਡ ਹੈਗਾ ਆ, ਤੇ ਅਗਰ ਯੂਨੀਵਰਸਿਟੀ, ਅਸੀਂ ਸਭ ਤੋਂ ਪਹਿਲਾਂ ਤਾਂ ਆਪਣੀ ਯੂਨੀਵਰਸਿਟੀ ਨਾਲ ਹੀ ਗੱਲ ਕਰਨੀ ਚਾਹਾਂਗੇ ਨਾ, ਤੇ ਯੂਨੀਵਰਸਿਟੀ ਨੇ ਹਰ ਇੱਕ ਤਰੀਕੇ ਨਾਲ ਸਾਨੂੰ ਨਿਰਾਸ਼ ਕੀਤਾ ਆ। ਅਸੀਂ ਕੋਈ ਵੀ ਤਰੀਕੇ ਨਾਲ, ਚਾਹੇ ਉਹ ਪ੍ਰੋਟੈਸਟ ਕਰਨਾ ਹੋਏ, ਮਾਰਚ ਕਰਨਾ ਹੋਏ, ਯੂਨੀਵਰਸਿਟੀ ਨੂੰ ਰੈਜ਼ੋਲੂਸ਼ਨ ਦੇਣਾ ਹੋਏ, ਯੂਨੀਵਰਸਿਟੀ ਕਿਸ ਤਰੀਕੇ ਨਾਲ ਵੀ ਰਿਸਪੌਂਸ ਨਹੀਂ ਕਰ ਰਹੀ। ਤੇ ਇਸ ਕਰਕੇ ਹੁਣ ਹਰ ਜਗ੍ਹਾ ਤੋਂ ਸਾਨੂੰ ਮਦਦ ਵੀ ਆ ਰਹੀ ਹੈ ਇਸ ਤਰੀਕੇ ਨਾਲ ਕਿ ਇੱਕ ਸਪੋਰਟ ਅਸੀਂ ਕਹਿ ਲਈਏ ਕਿ ਇਸ ਮੁੱਦੇ ਨੂੰ ਲੈ ਕੇ, ਤੇ ਬਿਲਕੁਲ ਉਹ ਚੀਜ਼ ਉੱਦਾਂ ਹੀ ਹੋਣਗੀ। ਨੈਕਸਟ ਸਟੈਪ ਕੀ ਹੈ ਤੁਹਾਡੇ ਕੋਲ ਇਸ ਪਾਲਿਸੀ ਤੇ ਰੋਕ ਲਗਵਾਉਣ ਵਾਸਤੇ? ਸਰ ਇਸ ਮਜਬੂਰਨ ਮੈਂ ਕਹਿ ਰਹੀ ਹਾਂ ਕਿ ਸਾਡੇ ਕੋਲ ਇੱਕੋ ਇੱਕ ਹੀ ਰਾਹ ਬਚਿਆ ਆ, ਉਹ ਹੈ ਸਿਟ ਇਨ ਪ੍ਰੋਟੈਸਟ। ਅਸੀਂ ਬੈਠ ਜਾਵਾਂਗੇ ਇਹਨਾਂ ਦੇ ਦਫ਼ਤਰ ਅੱਗੇ ਕਿ ਜਦ ਤੁਹਾਨੂੰ ਤੁਹਾਡੀ ਨੀਂਦ ਖੁੱਲੇਗੀ ਤੁਸੀਂ ਆ ਕੇ ਸਾਡੀ ਗੱਲ ਸੁਣ ਲਿਓ, ਕਿਉਂਕਿ ਹੁਣ ਤੱਕ 3-4 ਮਹੀਨੇ ਤੋਂ ਤੁਸੀਂ ਲਗਾਤਾਰ ਸਟੂਡੈਂਟਸ, ਇੱਕ ਤਰਫ ਸਰ ਸਟੂਡੈਂਟਸ ਦਾ ਲਗਾਤਾਰ ਵਿਰੋਧ ਵੱਧ ਰਿਹਾ ਇਸ ਐਫੀਡੇਵਿਟ ਨੂੰ ਲੈ ਕੇ, ਦੂਸਰੀ ਤਰਫ ਯੂਨੀਵਰਸਿਟੀ ਦਾ ਪ੍ਰੈਸ਼ਰ ਵੱਧ ਰਿਹਾ ਨਿਊ ਸਟੂਡੈਂਟਸ ਉੱਤੇ ਕਿ ਤੁਸੀਂ ਇਸ ਐਫੀਡੇਵਿਟ ਨੂੰ ਲੈ ਕੇ ਦਿਓ। ਆਖਿਰਕਾਰ ਦੇਖਿਆ ਹੀ ਜਾਏਗਾ ਕਿ ਸਟੂਡੈਂਟਸ ਜੋ ਕਿ ਇਸ ਦੇ ਵਿਰੋਧ ਵਿੱਚ ਨੇ, ਅਸੀਂ ਬਿਲਕੁਲ ਨਹੀਂ ਹਾਰਾਂਗੇ ਜਦ ਤੱਕ ਇਸ ਨੂੰ ਐਫੀਡੇਵਿਟ ਨੂੰ ਵਿਦਡਰਾਅ ਨਹੀਂ ਕੀਤਾ ਜਾਂਦਾ। 30 ਤਰੀਕ ਤੋਂ ਅਸੀਂ ਸਿਟ ਇਨ ਪ੍ਰੋਟੈਸਟ ਤੇ ਬੈਠ ਰਹੇ ਹਾਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ, ਔਰ ਇਸੇ ਨੂੰ ਲੈ ਕੇ ਅਗਲੇ ਪ੍ਰੋਗਰਾਮ ਦਾ ਵੀ ਐਲਾਨ ਕਰ ਦਿੱਤਾ ਗਿਆ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।